ਵਾਹਿਗੁਰੂ ਸਾਹਿਬ ਜੀ। ਬਿਲਾਵਲ ਬਾਣੀ ਰਵਿਦਾਸ ਭਗਤ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਦਾਰਦ ਦੇਖ ਸਭ ਕੋ ਹਸੈ, ਐਸੀ ਦਸ਼ਾ ਹਮਾਰੀ। ਅਸ਼ਟ ਦਸ਼ਾ ਸਿਧ ਕਰ ਤਲੈ, ਸਭ ਕਿਰਪਾ ਤੁਮਾਰੀ। ਦਾਰਿਦ ਦੇਖ ਸਭ ਕੋ ਹਸੈ, ਐਸੀ ਦਸ਼ਾ ਹਮਾਰੀ। ਅਸ਼ਟ ਦਸ਼ਾ ਸਿਧ ਕਰ ਤਲੈ, ਸਭ ਕਿਰਪਾ ਤੁਮਾਰੀ। ਤੂੰ ਜਾਨਤ ਮੈਂ ਕਿਛ ਨਹੀਂ, ਭਵ ਖੰਡਨ ਰਾਮ। ਸਗਲ ਜੀ ਸ਼ਰਨਾਗਤੀ, ਪ੍ਰਭ ਪੂਰਨ ਕਾਮ। ਰਹਾਉ ਜੋ ਤੇਰੀ ਸ਼ਰਨਾਗਤਾ, ਤਿਨ ਨਾਹੀ ਭਾਰ। ਊਚ ਨੀਚ ਤੁਮ ਤੇ ਤਰੇ, ਆਲਜ ਸੰਸਾਰ। ਕਹਿ ਰਵਿਦਾਸ ਅਕਥ ਕਥਾ, ਬਹੁ ਕਾਇ ਕਰੀਜੈ। ਜੈਸਾ ਤੂੰ ਤੈਸਾ ਤੂੰ ਕਿਆ ਉਪਮਾ ਦੀਜੈ। ਕਹਿ ਰਵਿਦਾਸ ਅਕਥ ਕਥਾ, ਬਹੁ ਕਾਇ ਕਰੀਜੈ। ਜੈਸਾ ਤੂੰ ਤੈਸਾ ਤੂੰ ਕਿਆ ਉਪਮਾ ਦੀਜੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ। ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਪਾਤਸ਼ਾਹੀ ਪਹਿਲੀ, ਪਾਤਸ਼ਾਹੀ ਛੇਵੀਂ। ਮਹਾਨ ਪਵਿੱਤਰ ਇਤਿਹਾਸਕ ਸਥਾਨ ਤੇ ਬਿਰਾਜਮਾਨ, ਯਾਤਰਾ ਕਰ ਰਹੀ ਬਹੁਤ ਹੀ ਮਾਨਯੋਗ ਗੁਰੂ ਸਵਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਵਡਭਾਗੇ ਹੋ, ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਉਦਮੀ ਬਣਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਆਪ ਜੀ ਨੇ ਪਹੁੰਚ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸੋ ਗੁਰਦੇਵ ਆਪ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਸੇਵਾਵਾਂ, ਭੇਟਾਵਾਂ ਆਪਣੇ ਦਰ ਪ੍ਰਵਾਨ ਕਰ ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ
ਆਪਣੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ ਬਾਣੀ ਪੜ੍ਹਨ ਸੁਣਨ ਕੰਠ ਕਰਨ ਦਾ ਮਹਾਰਾਜ ਚਾਹ ਬਖਸ਼ਿਸ਼ ਕਰਨ। ਸੋ ਸਾਧ ਸੰਗਤ ਇੱਕ ਵਾਰ ਫਿਰ ਆਪ ਜੀ ਤੋਂ ਆਗਿਆ ਲੈ ਕੇ ਚੇਤਾ ਕਰਵਾ ਦਿਆਂ, 16 ਫਰਵਰੀ ਨੂੰ ਭਗਤ ਰਵਿਦਾਸ ਜੀ ਦਾ ਆਗਮਨ ਦਿਵਸ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਦੇ ਆਗਮਨ ਦਿਵਸ ਨੂੰ ਮੁੱਖ ਰੱਖਦਿਆਂ ਜੋ ਭਗਤ ਰਵਿਦਾਸ ਮਹਾਰਾਜ ਜੀ ਦੇ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ, ਉਹਨਾਂ ਪਵਿੱਤਰ ਸ਼ਬਦਾਂ ਦੀ ਕਥਾ ਵਿਚਾਰ ਦਾ ਦਾਸ ਨੂੰ ਚੌਕੀਦਾਰ ਹੋਣ ਦੇ ਨਾਤੇ ਹੁਕਮ ਹੋਇਆ ਸੀ। ਸੋ ਉਸੇ ਲੜੀ ਅਧੀਨ ਅਸੀਂ ਵਿੱਚੋਂ ਚੁਣ ਕੇ ਬਾਬਾ ਜੀ ਦੇ ਸ਼ਬਦਾਂ ਦੀ ਹੀ ਵਿਚਾਰ ਕਰ ਰਹੇ ਹਾਂ। ਅੱਜ ਹੁਣੇ ਜੋ ਆਪ ਜੀ ਨੇ ਦਾਸ ਪਾਸੋਂ ਸ਼ਬਦ ਸਰਵਣ ਕੀਤਾ ਹੈ, ਇਹ ਪਵਿੱਤਰ ਸ਼ਬਦ ਬਿਲਾਵਲ ਰਾਗ ਵਿੱਚ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸੋ 16 ਫਰਵਰੀ ਨੂੰ ਬਾਬਾ ਜੀ ਦੇ ਆਗਮਨ ਦਿਵਸ ਦੇ ਸੰਬੰਧ ਵਿੱਚ ਵੀ ਸਮਾਗਮ ਹੋਣੇ ਹਨ। ਅਸੀਂ ਵਿਚਾਰ ਕਰਦੇ ਬਿਲਾਵਲ ਰਾਗ ਤੱਕ ਆ ਗਏ ਹਾਂ। ਕਿਉਂਕਿ ਬਾਬਾ ਜੀ ਦਾ ਆਗਮਨ ਦਿਵਸ 16 ਨੂੰ ਹੈ, ਪਰ ਸ਼ਬਦ 16 ਤਾਰੀਖ ਨੂੰ ਸਮਾਪਤ ਨਹੀਂ ਹੋਣ ਲੱਗੇ। ਇਸ ਵਾਸਤੇ ਕੁਝ ਸੁਝਾਅ ਆਏ ਸਨ ਵੀ ਭਾਵੇਂ 16 ਤਾਰੀਖ ਨੂੰ ਸਮਾਗਮ ਸੰਪੰਨ ਹੋ ਜਾਏ, ਫਿਰ ਵੀ ਜਿਤਨੇ ਸ਼ਬਦ 3 4 5 6 ਬਚ ਜਾਣ, ਉਹਨਾਂ ਦੀ ਵੀ ਵਿਚਾਰ ਜਿਹੜੀ ਹੈ ਉਹ ਕੀਤੀ ਜਾਏ। ਗਿਆਨੀ ਬਲਵਿੰਦਰ ਸਿੰਘ ਜੀ ਮੌਜੇਵਾਲ ਜੋ ਇਸ ਵੇਲੇ ਕੈਨੇਡਾ ਨੇ, ਉਹ ਚੂੰਕਿ ਉੱਥੇ ਸੰਗਤਾਂ ਦੀ ਸੇਵਾ ਵਿੱਚ ਇਹ ਸਾਰੀ ਆਪਣੀ ਦਮਦਮਾ ਸਾਹਿਬ ਦੀ ਕਥਾ ਨੂੰ YouTube ਤੇ ਪਾਉਂਦੇ ਨੇ, ਸੋ ਉਹਨਾਂ ਵੱਲੋਂ ਵੀ ਇਹ ਦਾਸ ਨੂੰ ਕਿਹਾ ਗਿਆ ਸੀ। ਸੋ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਨਾਂ ਸਾਰੇ ਹੀ ਸ਼ਬਦਾਂ ਦੀ ਕਥਾ ਵਿਚਾਰ ਭਾਵੇਂ 20 ਤਾਰੀਖ 21 ਤਾਰੀਖ ਜਾਂ 22 ਤਾਰੀਖ ਤੱਕ, ਕਿਉਂਕਿ ਵਿੱਚ ਕੁਝ ਦਿਨ ਮਿਸ ਹੋ ਜਾਂਦੇ ਨੇ। ਜਿਸ ਪ੍ਰਕਾਰ ਸੰਗਰਾਂਦ ਦਾ ਦਿਹਾੜਾ ਹੁੰਦਾ ਹੈ, ਕੋਈ ਹੋਰ ਦਿਹਾੜਾ ਹੁੰਦਾ ਹੈ। ਤੋ ਸਾਧ ਸੰਗਤ ਜੀ ਆਓ ਹੁਣ ਅੱਜ ਜੋ ਭਗਤ ਰਵਿਦਾਸ ਜੀ ਨੇ ਸਾਨੂੰ ਇਹ ਪਵਿੱਤਰ ਸ਼ਬਦ ਬਖਸ਼ਿਸ਼ ਕੀਤਾ ਹੈ, ਇਸ ਸ਼ਬਦ ਦੀ ਵਿਚਾਰ ਮੈਂ ਤੁੱਛ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਵਿੱਚ ਰੱਖਾਂ। ਰੋਜ਼ਾਨਾ ਦੀ ਤਰ੍ਹਾਂ ਸਿਮਰ ਬੇਨਤੀ ਕਰਾਂਗਾ। ਆਓ ਸੰਗਤ ਜੀ, ਆਪ ਜੀ ਪਹਿਲਾਂ ਤੋਂ ਹੀ ਇਕਾਗਰ ਬੈਠੇ ਹੋਏ ਹੋ, ਸੋ ਇਕਾਗਰਤਾ ਜਿਤਨੀ ਹੋ ਜਾਏ ਉਤਨੀ ਹੀ ਚੰਗੀ ਹੈ। ਸੋ ਮਨ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਵਾਸਤੇ ਆਪਾਂ ਸਾਰੇ ਰਲ ਕੇ ਗੁਰੂ ਸਾਹਿਬ ਦਾ ਬਖਸ਼ਿਸ਼ ਕੀਤਾ ਹੋਇਆ ਗੁਰਮੰਤਰ ਉਚਾਰਨ ਕਰੀਏ, ਤਾਂ ਕਿ ਜੀਭ ਪਵਿੱਤਰ ਹੋ ਸਕੇ, ਮਨ ਹੋਰ ਗੁਰੂ ਦੇ ਕੋਲ ਨੇੜੇ ਹੋ ਸਕੇ। ਸੋ ਸਾਰੀ ਸੰਗਤ ਪਿਆਰ ਨਾਲ ਕਰੋ ਉਚਾਰਨ ਤੇ ਆਖੋ ਜੀ ਸਤਨਾਮ ਸ੍ਰੀ, ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸੋ ਬਿਲਾਵਲ ਰਾਗ ਹੈ, ਇਸ ਦਾ ਗਾਵਣ ਦਾ ਆਪਣਾ ਤਰੀਕਾ ਹੈ। ਔਰ ਇਤਨਾ ਜ਼ਰੂਰ ਕਹਿ ਦਿਆਂਗਾ ਕਿ ਬਾਣੀਕਾਰ ਦਾ ਵੇਰਵਾ, ਬਾਣੀਕਾਰ ਦਾ ਜ਼ਿਕਰ ਬਾਅਦ ਵਿੱਚ ਹੈ, ਰਾਗ ਦਾ ਜ਼ਿਕਰ ਪਹਿਲਾਂ ਹੈ। ਲਿਹਾਜ਼ਾ ਇਹਦਾ ਕੋਈ ਜ਼ਰੂਰ ਗਹਿਰਾ ਅਰਥ ਹੈ। ਰਾਗਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ, ਕਿਉਂਕਿ ਸੰਗਤ ਜੀ ਭਾਵੇਂ ਉਹ ਰਾਗ ਨੇ, ਭਾਵੇਂ ਉਹ ਰਾਗਾਂ ਤੇ ਆਧਾਰਿਤ ਰੀਤਾਂ ਨੇ, ਬੰਦਸ਼ਾਂ ਨੇ, ਇੱਕ ਗੱਲ ਤੇ ਸੰਗੀਤ ਦੀ ਦੁਨੀਆ ਵਿੱਚ ਵੇਖੀ ਗਈ ਹੈ, ਰਾਗ ਥੋੜ੍ਹੀ ਜਿਹੀ ਮਿਹਨਤ ਜ਼ਿਆਦਾ ਮੰਗਦੇ ਨੇ। ਔਰ ਸਿਰਫ ਤੁਹਾਡਾ 1 ਮਿੰਟ ਜ਼ਾਇਆ ਹੋਵੇਗਾ। ਮੈਂ ਇੱਕ ਬੇਨਤੀ ਕਰਾਂ,
संगीत की दुनिया में एक चीज़ देखी गई है कि जिस भी गज़ल नूं, गीत नूं, कवाली नूं, ठुमरी नूं गाउण लई जितनी ज़्यादा मेहनत की गई है उतनी वो लॉन्ग टाइम चलती है। तो हल्कियां फुल्कियां जड़ियां रीतां ने, बंदिशां ने, उन्हां ते वक्त ते बहुता नहीं लगता। संगत भी बड़ा झूमदी है, पर हकीकत यह है भी वो आत्मक जीवन विच कोई उमंग नहीं लैके आउंदी। निर्धारित रागां ते जदों कीर्तन होवे, रीतां दे मुकाबले तुहानूं उन्ना रस नहीं आवेगा, पर आत्मक उन्नति अवश्य होएगी, क्योंकि उदों सुरत होर किसी पासे नहीं जाती। जिस तरह संगत जी गुरबाणी का पाठ करते होइए, गुरबाणी कंठ होवे ना जिहड़ा असीं पाठ कर रहे हैं, तो पाठी मेरे वर्गा थोड़ा जिहा अवेसला हो जाता भी ये तो मैनू सरल है। हुण ये अगलियां दो पंक्तियां मैं जबानी पढ़ लेना, नाले मैं देख लेना भी मत्था कौन टेक रहा, कौन आ रहा है, कौन जा रहा है। तो जिहड़ी संगली बीड़ सी, डंडा बीड़ सी, ਉਹਦੇ ਤੇ पाठी निगाह नहीं सी चुक सकता गुरु ग्रंथ साहब तो, क्योंकि निगाह चुकी नहीं तो गड़बड़ होई नहीं। सावधानी घटी हटी, दुर्घटना घटी वाली गल वापर जाती सी। रागां विच जिहड़ा कीर्तन है संगत जी, ये आत्मक पक्षों हुलारा लियाउंदा है। गुरु नानक साहब सच्चे पातशाह ने निर्धारित रागां दे विच ही कीर्तन जिहड़ा संगत नूं सुनाया और पिरत पा दी, और फिर वो पिरत नूं पंजवें पातशाह ने गुरु ग्रंथ साहब विच दर्ज कर दिता, लिख दिता भी इस राग विच गाना है। हुण मैं एक दूसरा पहलू भी लैला, जिहड़े ढिले मੱਠੇ ने रागां दा अभ्यास नहीं करते, वो फिर कहणगे जी गुरु ग्रंथ साहब च बिना रागां तो भी बाणी है। तो टुचर है ना, अपने मतलब की गल लभ लैनी है जी। श्लोक ने कबीर साहब दे, फरीद साहब दे जी, जपजी साहब दे उत्ते कोई राग नहीं लिखिया, वो भले वो नहीं लिखिया, पर ज़्यादातर गल वो लै ली जाती है जिहड़ी हुंदी है, मौजूद हुंदी है। तो ये बिलावल राग विच हजूर ने शब्द गायन करन दा सानू हुक्म कीता है। अज करीब करीब कौम दे विचों राग नदारद हो चुके ने, ਉਹਦੇ ਵਿੱਚ कसूर कल्ले रागियां दा नहीं, क्योंकि संगत जी साडे विचों उस तरह का ऑडियंस खत्म हो गया, श्रोता खत्म हो गया, उन्होंने सूझ को नहीं गी। मैं हैरान हाँ जदों गुरु नानक साहब उतरते ने समेर पर्बत तो, वो मैं कथा तुहाडे नाल कई बार सरवण की है बई हजूर जदों हेठां उतरे तो एक बड़ा लंबा चौड़ा आश्रम है, और उस आश्रम विच लोग बैठे हुए ने, कोई उल्टा लटकिया है, कोई पानी विच खड़ा होकर तपस्या कर रहा है, कोई धूणियां ता के विचकार बैठा है, यानी अपने अपने ढंग नाल शरीर नूं कष्ट दे रहे हैं। गुरमत इनू वेत नहीं मनती, हालांकि असी फिर इन्हां चीज़ों का गलत फायदा भी उठाया, बे बैड के उत्ते बैठ के ही ढो ला के गोडियां ते रजाई लैके फिर हौली हौली सुस्ती भी पैन लग पई। तो वो थोड़ा जिहा कष्ट देंदे सन शरीर नूं, भी शरीर आराम विच ना चला जाए। तो गुरमत ने कहा भी नहीं, ये शरीर नाल जुलम है, उंज तुसी सावधान हो के बैठो, ढो ना लाओ, बहुत भारा कपड़ा ना लवो ताकि तुहानूं निघ आ जाए तो तुसी सौ जाओ। हुण संगत जी अमृत वेले जाग नहीं आउंदी, मौसम बदल रहा, कपड़ा थोड़ा जिहा हल्का कर दिओ। पिछले पैर इन्नी ठंड लगनी है भी उस ठंड नहीं जगा देना, जरूरत ही नहीं पैनी किसी चीज़ की। तो ये भी टैक्ट ने ना, खैर। तो जदों उतरे तो हजूर भाई मरदाने नूं कहन लगे, मरदाने वेख लो कि किवें कष्ट सहार रहे ने, लाभ भी कोई नहीं गा, चलो इन्हां दा मार्गदर्शन करिए। सानू करतार ने मनुखता का मार्गदर्शन करने वास्ते भेजा। सतवचन पिता जी
हजूर एक पद्धरी जगह देख के बैठ गए। भाई जी ने रबाब खोल लई। हजूर ने कीर्तन प्रारंभ कर दिता और जिवें जिवें संगत जी महाराज कीर्तन करते गए, सारे आश्रम के लोग, उन्होंने मुनि कह लीए, उन्होंने तपस्वी कह लीए, उन्होंने ऋषि कह लीए, वो उठ उठ के महाराज के सामने बैठते रहे। कीर्तन हुंदा रहा। हुण वर्गे जमाने नहीं सन, बड़े छेती काले पै जाने आ, तो दीवान लंबे चलते सन। कई घंटे महाराज ने कीर्तन किया, तो ओढ़क हजूर ने कीर्तन की समाप्ति की। सुनने वालियां दियां रीढ़ दियां हड्डियां सीधियां हो गई सन, नेत्र बंद हो गए सन, किसी अजली दुनिया के वसिंदे बन गए सन। हुण नेत्र खोले, गुरु नानक साहब सामने बैठे हुए ने, ते जिहड़े वो तपस्वी ऋषि मुनि बैठे सन, उन्हां च जिहड़ा सब तो अगे बैठा सी ना, उन्होंने महाराज कहन लगे, पुरखा तेरा नां की है? कहन लगा, जी मेरा नां काक पसुंड है। कक्के कन्ना कक्का, काक, काक पसुंड। तो ध्यान दिया जे, हजूर कहन लगे, काक पसुंड जी, गल मैं रागां दी कर रहा, काक पसुंड जी तुसी बड़े उत्तम किस्म के श्रोते हो। ऑडियंस सामीन उर्दू च कह लेंदे ने। तो उन्हें हाथ जोड़ के नमस्कार की, जी तुहाडी किरपा है। तो काक पसुंड कहन लगा, महाराज जी तुसी दास नूं उत्तम किस्म का श्रोता किया है, क्योंकि संगत जी श्रोते हर इको किस्म के नहीं ना होंदे। आ संगत विच कई प्राणी इस तरह के भी आउंदे ने। मैनू हुण ऐतकी जदों इत्थे सेवा शुरू की तो 6वां महीना हो गया। शाम के दीवान विच 1 2 3 शरीर इस तरह के आउंदे ने, उन्होंने मैं रोज़ बेनती करना भी डिस्टर्बेंस ना करो। 2-3 मिनट बैठते हैं, बच्चे शोर मचाते हैं। जदों पूरा माहौल खराब हो जाता फिर बच्चे नूं लैके बाहर चले जाना। तो हुण कॉमन सेंस काम नहीं करती भी जे नहीं बात बन रही तो मैं डिस्टर्बेंस ना करा, मैं पहले ही पासे हो जा। तो श्रोते एक किस्म के नहीं होंगे। गल ये कोई मैंने नहीं रखती भी कथावाचक किन्नी तैयारी पावे, किन्नी तैयारी करके आ जाए। कई बार पूरी बनी बनाई खेड विदिन 30 सैकेंड खराब हो जाती है। ये मेरा अनुभव है। परत के नहीं बात बनती। ये टीम वर्क है। संगत का सहयोग, प्रबंधकों का सहयोग, स्टाफ का सहयोग, अपनी तैयारी, फिर जाके थोड़ी जी बात बनती, अदरवाइज नहीं बनती। ये टीम वर्क है। खैर महाराज श्रोते ना उत्तम नहीं होंदे ने, मैं तो उत्तम हाँ, कि इस तरह के भी श्रोते होंदे ने जिहड़े उत्तम नहीं होंदे। महाराज कह लगे हाँ इदां दे भी होंदे ने। महाराज फिर कृपा करके जरा खोलो। तो जिस प्रकार महाराज ने उत्थे बचन कीते और श्री गुरु नानक प्रकाश ग्रंथ विच महाकवि भाई साहब भाई संतोख सिंह जी चूड़ामन ने लिखे, मैं हू बहू ओ इन बिन ओ 4 कु पंक्तियां तुहाडी नज़र करा। हजूर कहन लगे, श्रोता जग में 5 प्रकारा, श्रोता जग में 5 प्रकारा, सो हाँ तुम स्यों करो उचारा। काक पसुंड जी 5 प्रकार के श्रोते, 5 प्रकार के ऑडियंस, 5 प्रकार के सामीन होया करते हैं। जां सुनन दे ढंग नूं वेख के श्रोतियां नूं 5 हिस्सियां विच डिवाइड किया जा सकता है। राग रागणी समझे एका, पहली किस्म का श्रोता है। कीर्तन हो रहा है, उहदे कन्नां विच दूरों आवाज़ पई है तो उस वेले दस देगा भी ये फलाने राग विच जां फलानी रागणी विच कीर्तन कर रहा है। थले एक दिन दफ्तर च कोई सज्जन पूछ रहे सन भी ज्ञानी जी गुरु ग्रंथ साहब च किन्ने राग ने। हुण इहदा अर्थ असी पटक करके देना भी 31 राग ने, क्योंकि सतगुरु ने रागणियां नूं भी राग ही लिखिया, रागणी शब्द नहीं किते लिखिया। पर उंज तुहाडे ज्ञात लई अर्ज करदे भी साडी जिहड़ी इत्थे पद्धति है भारत दी, ਉਹਦੇ ਵਿੱਚ 6 ਰਾਗ ਨੇ, ਅੱਗੋਂ ਉਹਨਾਂ ਦੇ ਪਾਠ ਨੇ।
ਜਿਵੇਂ 3 ਤਰ੍ਹਾਂ ਦੇ ਸੈਂਟੈਂਸ ਹੁੰਦੇ ਨਾ, ਪਾਸਟ, ਪ੍ਰੈਜ਼ੈਂਟ ਤੇ ਫਿਊਚਰ, ਫਿਰ ਅੱਗੋਂ ਉਹਨਾਂ ਦਾ ਖਲਾਰਾ ਪੈ ਜਾਂਦਾ ਨਾ, ਪੜ੍ਹ ਕੇ ਆਏ ਹੋ ਸਾਰੇ ਗ੍ਰਾਮਰ। ਇਸ ਤਰ੍ਹਾਂ 6 ਰਾਗ ਨੇ, ਫਿਰ ਉਹਨਾਂ ਦੇ ਅੱਗੋਂ ਪਾਠ ਨੇ, ਫਿਰ ਅਖੀਰ ਵਿੱਚ ਉਹਦਾ ਥੋੜ੍ਹਾ ਜਿਹਾ ਨਾ ਵੇਰਵਾ ਦੇ ਦਿੱਤਾ ਵੀ ਖਸਟ ਰਾਗ ਉਨ ਗਾਏ ਸੰਗ ਰਾਗਨੀ 30। ਖਸਟ 6 ਨੂੰ ਕਹਿੰਦੇ ਨੇ। ਹੁਣ ਧਿਆਨ ਦਿਆ ਜੇ, ਪਹਿਲੀ ਕਿਸਮ ਦਾ ਸਰੋਤਾ ਕੀਰਤਨ ਸੁਣ ਕੇ ਕਹਿੰਦਾ ਵੀ ਇਹ ਫਲਾਣਾ ਰਾਗ ਗਾ ਰਿਹਾ ਰਾਗੀ, ਜਾਂ ਫਲਾਣੀ ਰਾਗਣੀ 'ਚ ਕੀਰਤਨ ਕਰ ਰਿਹਾ। ਹੁਣ ਮੈਂ ਖਿਮਾ ਮੰਗ ਕੇ ਬੇਨਤੀ ਕਰਾਂ, ਪਹਿਲਾਂ ਖਿਮਾ ਮੰਗ ਲਾਂ, ਅੱਜ ਸਾਡੀ ਕਮਿਊਨਿਟੀ 'ਚ ਕਿੰਨਿਆਂ ਕੁ ਨੂੰ ਪਤਾ ਹੈ ਵੀ ਰਾਗ ਕਿਹੜਾ ਗਾਇਆ ਜਾ ਰਿਹਾ? ਤੁਸੀਂ ਆਡੀਅੰਸ ਦੀ ਗੱਲ ਛੱਡੋ, ਜਿਨ੍ਹਾਂ ਦਾ ਪ੍ਰੋਫੈਸ਼ਨ ਹੈ ਉਹਨਾਂ ਵਾਸਤੇ ਬੜਾ ਔਖਾ ਹੈ। ਇੱਥੇ ਲਗਭਗ 1991, 92, 91 ਦੇ ਦੌਰ ਵਿੱਚ ਇਸ ਸ਼ਹਿਰ ਵਿੱਚ ਇਹ ਉਪਰਾਲਾ ਹੋਇਆ ਸੀ, ਔਰ ਇਹ ਉਪਰਾਲਾ ਕੀਤਾ ਸੀ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਕਲਾਂ ਵਾਲਿਆਂ ਨੇ। ਬਹੁਤ ਹੀ ਸ਼ਲਾਘਾਯੋਗ ਉਦਮ ਸੀ। ਉਹਨਾਂ ਨੇ ਇਹ ਵੀ ਨਹੀਂ ਦੇਖਿਆ ਵੀ ਇਹ ਜਿਹੜਾ ਇੰਸਟ੍ਰਕਟਰ ਹੈ ਸਿੱਖ ਹੈ ਕਿ ਗੈਰ ਸਿੱਖ ਹੈ, ਜਿਹਦੇ ਕੋਲ ਕਲਾ ਸੀ ਉਹਨੂੰ ਹਾਇਰ ਕਰ ਲਿਆ, ਆਓ ਭਾਈ ਸਿਖਾਓ। ਔਰ ਫਿਰ ਉਹਨਾਂ ਨੇ ਇੱਕ ਅਦੁੱਤੀ ਨਾਮ ਦੇ ਥੱਲੇ ਪ੍ਰੋਗਰਾਮ ਕੀਤਾ ਜਿਹੜਾ ਬੜਾ ਮਕਬੂਲ ਹੋਇਆ। ਸਮਾਂ ਪਾ ਕੇ ਸੰਸਥਾਵਾਂ ਵਿੱਚ ਵੀ ਕੁਝ ਕਮੀਆਂ ਆ ਜਾਂਦੀਆਂ ਨੇ, ਫਿਰ ਉਸ ਮਿਹਨਤ ਵਿੱਚੋਂ ਕੁਛ ਰਾਗੀ ਨਿਕਲੇ ਜਿਹੜੇ ਪੂਰੇ ਵਿਸ਼ਵ ਦੇ ਵਿੱਚ ਫਿਰ ਛਾ ਗਏ। ਇੰਨਾ ਮਿੱਠਾ, ਇੰਨਾ ਪਿਆਰਾ ਕੀਰਤਨ ਉਸ ਸੰਸਥਾ ਵਿੱਚੋਂ ਨਿਕਲੇ, ਲਗਾਤਾਰ ਨਿਕਲ ਰਹੇ ਨੇ। ਪਰ ਸਮਾਂ ਪਾ ਕੇ ਫਰਕ ਪੈ ਜਾਂਦਾ, ਕੰਮ ਢਿੱਲਾ ਹੋ ਜਾਂਦਾ ਸਮਾਂ ਪਾ ਕੇ। ਅਦਰਵਾਈਜ਼ ਸਿਫਾਰਿਸ਼ ਦੇਖੀ ਜਾਂਦੀ ਹੈ ਸਾਡੀ ਕੌਮ ਵਿੱਚ, ਮੈਰਿਟ ਸਿਸਟਮ ਕੋਈ ਨਹੀਂ ਗਾ। ਇਸ ਲਈ ਨਾ ਸੰਗਤ ਬੋਧ ਰੱਖਦੀ ਹੈ, ਨਾ ਪ੍ਰਬੰਧਕਾਂ ਦੀ ਇਹ ਟੈਨਸ਼ਨ ਹੈ। ਇਸ ਲਈ ਉਹ ਹਲਕੀਆਂ ਫੁਲਕੀਆਂ ਰੀਤਾਂ, ਉਹ ਕਹਿੰਦੇ ਵੀ ਇੰਨਾ ਖਪਣ ਖਪਾਉਣ ਦੀ ਜ਼ਰੂਰਤ ਵੀ ਕੀ ਹੈ। ਵਿਦਵਾਨ ਹੋਣ ਵਾਸਤੇ ਇਹ ਜ਼ਰੂਰੀ ਨਹੀਂ ਵੀ ਬਹੁਤ ਬਾਣੀ ਤੁਹਾਨੂੰ ਕੰਠ ਹੋਵੇ, ਤੁਹਾਨੂੰ ਬਹੁਤ ਕੁਝ ਗਿਆਨ ਹੋਵੇ, ਤੁਹਾਡਾ ਐਕਸਪਲੇਨ ਕਰਨ ਦਾ ਤਰੀਕਾ ਵਧੀਆ ਹੋਵੇ। ਨਹੀਂ, ਵਿਦਵਾਨ ਸਿੱਖ ਕੌਮ ਵਿੱਚ ਜੇ ਵਿਦਵਾਨ ਬਣਨਾ ਹੈ ਤੇ ਤੁਹਾਡੀ ਕਿਸੇ MLA MP ਕਿਸੇ SGPC ਮੈਂਬਰ ਦੇ ਨਾਲ ਗੰਢ ਤੋਂ ਪਾਉਣੀ ਚਾਹੀਦੀ, ਫਿਰ ਤੁਸੀਂ ਵਿਦਵਾਨ ਹੋ। ਫਿਰ ਕੋਈ ਗੱਲ ਨਹੀਂ, ਫਿਰ ਤੁਹਾਡੇ ਘੋੜੇ ਦੌੜਨਗੇ। ਤਾਂ ਇਸ ਵਾਸਤੇ ਹਰ ਐਂਗਲ ਤੋਂ ਮਿਹਨਤ ਜਿਹੜੀ ਸੀ ਉਹ ਮਨਫੀ ਹੋਣੀ ਸ਼ੁਰੂ ਹੋ ਗਈ। ਆਉਣ ਵਾਲੇ ਸਮੇਂ 'ਚ ਤੁਹਾਨੂੰ ਬਿਲਕੁਲ ਵੀ ਨਹੀਂ ਮਿਲਣੀ, ਇਹ ਵੀ ਮੈਂ ਦੱਸ ਦਿਆਂ ਤੁਹਾਨੂੰ। ਇਹ ਮੈਂ ਕ੍ਰੋਧ ਵਿੱਚ, ਗੁੱਸੇ ਵਿੱਚ, ਆਵੇਸ਼ ਵਿੱਚ ਨਹੀਂ ਕਹਿ ਰਿਹਾ। ਬੜੇ ਠਰਮੇ ਨਾਲ, ਧੀਰਜ ਨਾਲ, ਠੰਡੇ ਦਿਮਾਗ ਨਾਲ ਇਕੱਲੇ ਬੈਠ ਕੇ ਸੋਚ ਕੇ ਤੁਹਾਨੂੰ ਨਿਚੋੜ ਕੱਢ ਕੇ ਦੱਸਿਆ। ਮੈਂ ਕਿਸੇ ਬਹੁਤ ਵੱਡੀ ਸੰਸਥਾ ਦੇ ਦਫ਼ਤਰ 'ਚ ਬੈਠਾ ਸਾਂ ਤੇ ਕਿਸੇ ਨੂੰ ਪ੍ਰਮੋਟ ਕੀਤਾ ਗਿਆ ਸੀ, ਗ੍ਰੰਥੀ ਤੋਂ ਹੈੱਡ ਗ੍ਰੰਥੀ ਬਣਾਇਆ ਗਿਆ ਸੀ। ਤੇ ਕੁਦਰਤੀ ਫਾਈਲ ਪਈ ਸੀ ਟੇਬਲ ਤੇ ਮੈਂ ਉਹਨੂੰ ਫੋਲਣ ਲੱਗ ਪਿਆ। ਉੱਥੇ ਕਿਸੇ ਬੰਦੇ ਦਾ ਨਾਂ ਲਿਖਿਆ ਸੀ ਵੀ ਫਲਾਣੇ ਬੰਦੇ ਦੀ ਸਿਫਾਰਿਸ਼ ਤੇ ਇਹਨੂੰ ਗ੍ਰੰਥੀ ਤੋਂ ਹੈੱਡ ਗ੍ਰੰਥੀ ਪ੍ਰਮੋਟ ਕੀਤਾ ਗਿਆ। ਉਹ ਕਹਿੰਦੇ ਵੀ ਅਸੀਂ ਕੋਈ ਲੁੱਕ ਛੁਪ ਕੇ ਥੋੜ੍ਹਾ ਕਰਨੇ ਆ, ਅਸੀਂ ਤੇ ਫਾਈਲਾਂ ਤੇ ਲਿਖਦੇ ਆ ਵੀ ਇੱਦਾਂ ਕੀਤਾ, ਅਸੀਂ ਉਂਝ ਕੋਈ ਕੁਛ ਨਹੀਂ ਦੇਖਿਆ ਵੀ ਇਹ ਕੀ ਹੈ। ਗੁਰੂ ਸਾਨੂੰ ਸਮਤ ਬਖਸ਼ੇ ਤੇ ਫਿਰ ਸ਼ਾਇਦ ਕੁਛ ਹੋ ਸਕੇ, ਅਦਰਵਾਈਜ਼ ਬਹੁਤ ਬੁਰਾ ਹਾਲ। ਤੋ ਪਹਿਲੀ ਕਿਸਮ ਦਾ ਸਰੋਤਾ ਕੀ ਕਰੇਗਾ? ਰਾਗ ਰਾਗਣੀ ਸਮਝੈ ਏਕਾ, ਦੂਜੇ ਸੁਰ ਸਿਓ ਲੱਖੈ ਵਿਵੇਕਾ। ਵੀ ਗਾਉਣ ਵਾਲਾ ਸੁਰ ਵਿੱਚ ਗਾ ਰਿਹਾ ਜਾਂ ਬੇਸੁਰਾ। ਤੀਜੋ ਤਾਲ ਸਿਓ ਹਿੱਤ ਦੇ। ਤੀਜੀ ਕਿਸਮ ਦਾ ਸਰੋਤਾ ਕਹਿੰਦਾ ਵੀ ਇਹਨਾਂ ਦਾ ਆਪਸ ਵਿੱਚ ਤਾਲਮੇਲ ਕੋ ਨਹੀਂ ਗਾ। ਸਾਡੇ ਦੇਸ਼ ਦੀਆਂ 4 ਨੀਤੀਆਂ ਨੇ। ਇੱਕ ਵਿਦਰ ਨੀਤੀ ਹੈ, ਇੱਕ ਸੰਗਤ ਜੀ ਰਾਜਯੋਗ ਭਰਥਰੀ ਦੀ ਨੀਤੀ ਹੈ, ਔਰ ਇੱਕ ਚਾਣਕਿਆ ਨੀਤੀ ਹੈ। ਉਹ ਬੰਦਾ ਜਿਹੜਾ ਬੜਾ ਦਾਨਸਮੰਦ ਸਮਝਿਆ ਜਾਂਦਾ ਹੈ। ਇੱਕ ਵਾਰੀ ਮੈਂ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲਿਆਂ ਨੇ ਉਹਦੀ ਨੀਤੀ ਜਿਹੜੀ ਪੰਜਾਬੀ 'ਚ ਟਰਾਂਸਲੇਸ਼ਨ ਕੀਤੀ ਸੀ, ਪੜ੍ਹੀ ਸੀ, ਵਾਕਈ ਬੜੀਆਂ ਸੋਹਣੀਆਂ ਗੱਲਾਂ ਸਨ। ਕੀਰਤਨ ਦੇ ਸੰਬੰਧ 'ਚ ਉਹ ਲਿਖਦਾ ਹੈ ਵੀ ਜੇ 4 ਜਣੇ ਇਕੱਠੇ ਹੋ ਕੇ ਕੀਰਤਨ ਕਰਨ ਤੇ ਉਹ ਜਿਹੜੀ
संगम बनता है आवाज़ का, वो बड़ा रसदायक बनता है। और मैं हैरान हो गया वो गल सुन के भी साडी परंपरा सी दरबार साहब 4 रागियां की परंपरा होंदी सी। ये तुहाडे साडे देखदियां 4 तो 3 होए ने, हुण आउण वाले समय 'च 2 हो जाणगे, ये भी संभावना है। ये भी मैं तुहानूं अर्ज कर दिया हो जाता कई बार। हुण एक जना नहीं आया, वो ट्रैफिक बड़ी सी जी, इदां सी, तो 2 जने काम चला रहे होंदे। 4 जने कीर्तन कर रहे ने पूरे सुर विच, ताल विच, बहुत आनंद फिर बजदा। ते चतुरथ बादत ते रस ले, जदों हारमोनीयम का पक्खा वजदा है, हवा भरी जाती है और फिर वो चंचल सुरां तो कीर्तन की हाज़री सी, जत्थे सदे सन 8-9। तो मैं उन्हीं दिनी गुरुद्वारा दूख निवारण साहब कथा करदा हुंदा सां ते प्रोफैसर करतार सिंह पिछले दिनी अकाल चलाणा कीता है। मेरे कोल प्रिंसीपलशिप की जॉब सी उत्थे भाई गुरदास कॉलेज की। प्रोफैसर साहब भी क्लासां लाउण वास्ते साडी बेनती ते आउंदे सन, पर जदों जत्थे रखने हुंदे सन ते प्रोफैसर साहब नूं कहा जांदा भी तुसीं थोड़ा जिहा संगत विच जाके बैठ के सुनो। 7-8 जत्थे सन, मान नाल उन्हां मैनूं कहा भी तुसीं भी जाओ। जत्था कीर्तन करके गया तो मेरे कोल इस तरह प्रोफैसर साहब बैठे, प्रोफैसर करतार सिंह। मैं कहा प्रोफैसर साहब किस तरह लगा कीर्तन? कहते ज्ञानी जी कीर्तन का नहीं पता, पर पेटी बहुत वजांदा सी। तो पेटी वजाणी होर गल है, पेटी तो सिर्फ अपने सुर नूं ठीक रखण वास्ते है। जदों कीर्तन करना आ जाए ना संगत जी, कदी कदी तबला वजदा है, वाजे नूं रागी छड्ड के ही बैठ जाता है, फिर उसकी जरूरत नहीं। वो तो तुहाडा तुसीं कित्थे गाउणा है वो तुहानूं सैट करन वास्ते है। और कई बार असीं पेटी भी बजाई तुरे जाने, आवाज़ विच जज़ब हो जाती, आवाज़ पता ही नहीं लगता किधर गई। चतुरथ बादत ते रस ले, चंचल सुरां दा ही रस लैंदे ने। पर गुरु नानक साहब तो इन्हां नूं एक्सैप्ट नहीं करते। वो कहते ने चारे जिहड़े ने इन्हां दी अवस्था की है, पंचम अर्थ शब्द को चीना, पंजवीं किस्म का शब्द के अर्थां विच डुबदा ते तात्पर्य समझे प्रवीना। महाराज जिहड़े पहले 4 किस्म के श्रोते ने, तो महाराज कहते ने अपर जे श्रोता 4 प्रकारी, छीलर खान विखै हितधारी। वो तो इस तरह ने जिवें बाजार विच तुरे जांदियां कोई संतरा, कोई माल्टा, कोई मौसमी खरीद लई, कोई किन्नू खरीद लिया, तो वह छिलका खाना शुरू कर दिता, तो विच जिहड़ा रस दा एक गुद्दा है, रेशेदार है, फाड़ियां कह लीए, उन्होंने जांदा जांदा सुट जाए तो छिलका खाना शुरू करता है। बाजार में तुरन वाले लोग कहेंगे भी लगता बंदा मैंटल है, इसका दिमागी तवाजन ठीक नहीं। पर विडंबना वेखो की है, जिहड़े पहले 4 किस्म के श्रोतिਆਂ ਨੂੰ गुरु नानक साहब एक्सैप्ट नहीं ना करते, साडे विच वो भी लियाकत नहीं गी, ना करन वालियां च ना सुनन वालियां च। तो मैं गल शुरू की सी भी बिलावल पहला ते रविदास बाद विच, तो इसदा कोई महत्व है? महत्व ये सी भी ये नाल आत्मक उसारी हुंदी है। चंचल सुरां जिवें किसी फिल्मी गाने की तर्ज ते गाना गीत शब्द बनाया जाता है, तो जिहड़े लोग थोड़ा बहुता सुनते हैं उन्हों का ध्यान उस वेले उस गाने वाल चला जाता है, आत्मक उसारी नहीं हुंदी। इस वास्ते रागां ते हजूर ने जोर दिता, होर भी कारण होणगे, खैर गुरु किरपा करे। हुण मैं दरगाही बोल तुहाडी नज़र करां। हजूर कहंदे ने दारिद देख सब को हसै, दूजियां दी गरीबी वेख के ना सारे ही हसदे ने। और संगत जी कदी भी किसी दी हीनता ते हसीए ना, भावें वो माली पक्षों कमज़ोर है, भावें वो शरीरक पक्षों हीना है, कोई लूला है, लंगड़ा है, अन्ना है, बोला है, गुंगा है, कोई होर समस्या है, कदी ना मजाक करिए, क्योंकि रब दे रंगां दा की पता है। पर आम तौर पर असी भुल जाने आ, तो फिर दूजे की हीनता ते दूजे की खास करके गरीबी ते असी हस पैंदे आ, मखौल ठट्ठा कर देने आ। तुसीं देखिया भी कोई मंगता आ जाए,
ਅਸੀਂ ਸਾਰੇ ਉਪਦੇਸ਼ਕ ਬਣ ਜਾਂਦੇ ਹਾਂ। ਕੀ ਗੱਲ ਹੱਟਾ ਕੱਟਾ ਕੰਮ ਕਿਉਂ ਨਹੀਂ ਕਰ? ਉਹ ਤੂੰ 2 ਪੈਸੇ ਦੇਣੇ ਨੇ ਦੇ, ਨਹੀਂ ਤੇ ਉਹਨੂੰ ਹੱਥ ਜੋੜ। ਉਸੇ ਨੇ ਦਾਤੇ ਬਣਾਏ ਨੇ, ਉਸੇ ਨੇ ਭਿਖਾਰੀ ਬਣਾਏ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ। ਮੰਗਣਾ ਹੱਛੀ ਗੱਲ ਨਹੀਂ, ਸਾਨੂੰ ਗੁਰਮਤਿ ਨੇ ਕਿਰਤ ਕਰਨ ਦਾ ਉਪਦੇਸ਼ ਦਿੱਤਾ ਹੈ, ਪਰ ਕਿਸੇ ਦਰਿੱਦਰ ਦਾ ਮਜ਼ਾਕ ਵੀ ਨਹੀਂ ਉਡਾਉਣਾ ਚਾਹੀਦਾ। ਰਵਿਦਾਸ ਮਹਾਰਾਜ ਕਹਿੰਦੇ ਨੇ, ਦਾਰਦ ਦੇਖ ਸਭ ਕੋ ਹੱਸੈ। ਦੂਜਿਆਂ ਦੀ ਗਰੀਬੀ ਵੇਖ ਕੇ ਸਾਰੇ ਹੀ ਉਹਦੇ ਤੇ ਹੱਸਦੇ ਨੇ, ਮਖੌਲ ਠੱਠਾ ਕਰਦੇ ਨੇ। ਛੱਡੋ ਦੂਜਿਆਂ ਦੀ ਗੱਲ, ਐਸੀ ਦਸ਼ਾ ਮੇਰੀ ਵੀ ਕਦੀ ਇਹ ਦਸ਼ਾ ਹੋਇਆ ਕਰਦੀ ਸੀ। ਦੇਖੋ, ਜਿਨ੍ਹਾਂ ਨੇ ਬੜੇ ਮੁਰਾਤਬੇ ਹਾਸਲ ਕੀਤੇ, ਉਹਨਾਂ ਦੀ ਇੱਕ ਖਾਸੀਅਤ ਰਹੀ ਹੈ, ਉਹਨਾਂ ਨੇ ਆਪਣੀਆਂ ਕਮਜ਼ੋਰੀਆਂ ਲੋਕਾਂ ਕੋਲੋਂ ਲੁਕਾਈਆਂ ਨਹੀਂ ਗਈਆਂ। ਜੇ ਕੋਈ ਬਿਮਾਰ ਡਾਕਟਰ ਕੋਲ ਜਾ ਕੇ ਆਪਣੀ ਬਿਮਾਰੀ ਲੁਕਾਏ ਤੇ ਉਹਦਾ ਇਲਾਜ ਨਹੀਂ ਹੋ ਸਕਦਾ। ਸਾਡੀ ਸਮੱਸਿਆ ਇਹ ਹੈ ਵੀ ਅਸੀਂ ਲੋਕਾਂ ਦੇ ਸਾਹਮਣੇ ਆਪਣੇ ਗੁਣ ਪ੍ਰਗਟ ਕਰਨੇ ਆ, ਔਗੁਣਾਂ ਨੂੰ ਲੁਕਾਉਂਦੇ ਆ, ਔਰ ਸਿੱਟੇ ਵਜੋਂ ਸੁਧਾਰ ਨਹੀਂ ਹੁੰਦਾ। ਕਿਵੇਂ ਸੁਧਾਰ ਹੋਵੇਗਾ? ऐसी दशा हमारी, अष्ट दशा सिद्ध कर तले सब कृपा तुम्हारी। अष्ट 8 दशा 10 18 सिद्धियां कर तले मेरे हत्थां दियां उंगलां ते नचदियां ने, मेरे इशारियां ते चलदियां ने, रिद्धियां ते सिद्धियां सारियां, सब कृपा तुम्हारी। हुण आ है शब्द का सेंट्रल आइडिया, सब कृपा तुम्हारी। जां कहिए तू जानत मैं किछ नहीं भव खंडन राम। तेनू पता है ये सब कुछ मेरे करके नहीं होया, फिर क्यों होया? ये तुहाडी जिहड़ी दशा सी, लोग मजाक करते सन, हुण तुहाडे कोल 18 सिद्धियां ने, तुसी निमाणे सो। लोकी नीच कहिंदे सन ते तुसी नीच तो ऊच बन गए, गरीब तो अमीर बन गए। वजह की है? तरीका की अपनाया? शब्द का आइडिया अज यही है भी सिमरन नीवियां नू उच्चे कर देता है। क्या बात है। हुण एक शब्द मैं मलार राग चों ही भगत रविदास जी का तुहाडी नज़र करा, जो इस शब्द का आइडिया है उसे नू एक्सप्लेन करने वास्ते। तो आप जी दे जीवन की घटना है भी जदों सिमरन करन लगे तो मान सन्मान वध गया, दशा बदल गई। तो जिहड़े जात अभिमानी लोग सन उन्हां नूं ईर्खा पैदा हो गई। वैसे भी वाराणसी या बनारस ब्राह्मणों का धार्मिक आगुआं का संगत जी गढ़ रहा, हुण भी गढ़। तो इन्हां ब्राह्मणों ने एक हंगामी मीटिंग सद्दी भी असी ब्राह्मण वेदां दे ज्ञाते, पुराणां पढ़न वाले, गीता पढ़न वाले, धर्म ग्रंथां का अध्ययन करन वाले, ते ये रविदास जी ते ਜਿਹੜੇ ਚਮੜੇ ਦਾ ਕੰਮ ਕਰਨ ਵਾਲੇ ਲੋਕ ਨੇ, ਇਹਨਾਂ ਦਾ ਜਨਮ ਵੀ ਉਸ ਪਰਿਵਾਰ ਵਿੱਚ ਹੋਇਆ ਤੇ ਵੈਸੇ ਵੀ ਗਰੀਬ ਨੇ, ਤੇ ਇਹਨਾਂ ਦੀ ਲੋਕ ਪੂਜਾ ਕਰਦੇ ਨੇ, ਤੇ ਸ਼ਾਸਤਰਾਂ ਨੇ ਤੇ ਇਹਨਾਂ ਨੂੰ ਮਨਾ ਕੀਤਾ ਵੀ ਤੁਸੀਂ ਨਾਮ ਵੀ ਨਹੀਂ ਜਪ ਸਕਦੇ। ਤੇ ਚਲੋ ਸਾਰੇ ਇਕੱਠੇ ਹੋ ਕੇ ਇਹਦੇ ਨਾਲ ਸੰਵਾਦ ਕਰੀਏ, ਚਰਚਾ ਕਰੀਏ ਵੀ ਭਾਈ ਤੂੰ ਇਹ ਕਿਵੇਂ ਕਰ ਸਕਣਾ। तो बाबा जी ने बाणी में लिखिया भी सारे नगर दे पतवंते सज्जन इकट्ठे होके मैनू घेरा पा लिया। घेरा पा नहीं हुंदा दबाण वास्ते। ते हुण होर ते कोई गल लभदी नहीं सी। जदों किसी नाल बनदी ना होवे संगत जी, ओहदी कोई एक कमजोरी आखा जाए तो बंदा उसे कमजोरी नूं उछाली जांदा है। हुण होर ते गल नहीं सी, इक्को ही गल सी भी जातिवाचक शब्दां दे नाल मुखातब करना। तो बाबा जी ने गुस्सा नहीं किया। अगों पता की कहते, कहते नागर जना, नगर निवासियो आओ जी आया नूं, कोई अर्ज नहीं, तुसी करो गल्लां बातां, पर जिहड़ी गल तुसी मैनूं वार वार कहिंदे हो ना, वार वार कहिंदे हो, वो मैं एक्सैप्ट करना भी मेरी जात विख्यात चमारन, जात कमीनी, पात कमीनी, ओछा जन्म हमारा, ये दूसरे शब्द चे। नागर जना जिवें पिंडां विच तुसीं जाओ ना, माइक नूं ऑन करके ग्रंथी सिंह 2-3 उत्ते ला मार के ना इदां, ते फिर कहंदा नगर निवासियां नूं बेनती कीती जांदी है। इस तरह रविदास जी कहंदे नागर जना
मेरी जात विख्यात चमारन। मैं नहीं मुकरदा इस गल तो, विख्यात प्रगट हो गया, सारिਆਂ ਨੂੰ पता है। ये कोई गल लुकी छिपी थोड़ा वार वार क्यों मैनू एहसास कराउंदे हो इस गल का? जलील करने की कोशिश करते सन। तो संगत जी इदू वड्डा कोई पाप नहीं गा। किसी नूं ओहदी जात का ही चेता करा करा के नीवा विखाण की कोशिश करनी। सानू तो हुक्म है, जे तो पिरिया दी सिक हियाओ ना ठाए कई दा। जे तू रब नूं मिलना है, किसी का दिल ना बलूंदर। कोई इस तरह की गल ना कि जिहदे नाल कोई सुन के निराश हो जाए, क्यों इदां दे बचन करना है? कोई मानयोग बचन कर जिहदे नाल सुन के दूजे नूं खुशी मिले, एनर्जी मिले, मायूस ना हो जाए। पर असीं नहीं हटदे। हृदय राम गोबिंद गुण सारंग। तू ते नाम नहीं जप सकदा, तू ते नीवा है। तो आप जी कहते ने ठीक है भी मेरा जन्म चमड़े का काम करने वाले भाईचारे विच होया है। उंज भी संगत जी जे कोई सधारण बंदा किसी का मरिया होया पशु लिजा के एकांत विच हड्डो रोड़ी च खल लाए तो मैनू खिमा करना, मैं ते जिस प्रकार जात पात का खंडन करना तुहानू पता ही है, मैं किसी का किवें किसी नूं हार्ट करने की कोशिश कर सकना। पर गल समझण वास्ते भी उन्होंने असीं कहीए चमार है। तो दुनिया भर के चमड़े के जुत्ते बनाने के कारखाने होण ना लिबर्टी रखा ले अगला, तो फिर वो सेठ है, वो बड़ा धनाड़ है। काम तो वह भी उही करता है ना। मैनू खिमा कर देना, जे मेरी दलील चंगी ना लगे तो मैनू माफ़ी दे देना। हुण करते वो भी उही काम रहा। ठीक है मेरा चमड़े का काम करने वाले खानदान विच जन्म होया, पर हृदय राम मेरे हिरदे विच परमात्मा का नाम है। गोबिंद गुण सारंग, मैं गोबिंद के गुणों की संभाल करना। किहड़े गुण? रमैया के गुण चेत प्राणी। उहदे उपकारां नूं मैं चेता करता रहना। बाबा रविदास जी कहते हैं ते तुसीं मैनूं जलील करने की कोशिश करते हो, और कोशिश करके भी तुसीं कामयाब नहीं हुंदे। अगे सारा शब्द सुनो किवें उन्होंने संगत जी उन्होंने निरुत्तर किया। आखन लगे रविदास जिन्नियां मर्जी गल्लां कर लै, तेरा जन्म अखौती नीवें खानदान विच होया, तू नीवें ही रहना। तो साडा जन्म अखौती उच्चे खानदान च होया, असीं उच्चे ही रहना। तो बाबा जी मुस्कुरा पै कह लगे सुनो। आखन लगे सुनाओ। आखन लगे सुरसरी सलल किरत बारनी रे। तुसीं दसो गंगा का जल पवित्र है? कहना पवित्र है। आखन लगे जे उस गंगा के जल नूं घर लिया के उहदे च थोड़ा गुड़ पा दईए, सक पा दईए, लाण बना लईए, फिर वह शराब कढ़ीए, उहदे बारे की विचार है? आखन लगे राम 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 राम, वो तो मदिरा बन जाएगा। तो कह लगे इहो तो तुहाडा हाल है। जिवें गंगा का जल पवित्र है, पर सक्कां दी ते गुड़ दी संगत करके वो मदिरा बन जाता है ना। तुसीं जन्म जात जरूर उच्चे हो, पर वकारां दी बहनी बह बह के तुहाडा भी हाल गंगा जल वाला हो गया। तुसीं भी हुण नीवें हो गए हो। तुसीं भी हुण एक किस्म का भंडन योग हो गए हो। सुरसरी गंगा सलिल पानी किरत बनाइए बारूनी शराब। सुरसरी सलिल किरत बारनी रे। गंगा जल नूं लिया के उहदा शराब कढ़ीए ते संत जन करत नहीं पानंग। गुरमुख प्यारे फिर भी उन्होंने नहीं पींदे। पी लो थोड़ा जिहा गंगा जल का बनाया। वो कहते गंगा जल गया पहाड़ च, ये गुड़ ते सक्कां दी संगत नाल ये दूषित हो गया, हुण गंगा जल नहीं रहा। तुहाडा भी यही हाल है। हुण रही गल मेरी, सुरा अपवित्र न तावर जल रे, सुरसरी मिलत ना होए आनंद। हुण सुनो, जिहड़ा तुसीं शराब कढ़ लिया उहदा मन लिया, ओही शराब गंगा विच डोल दईए ते गंगा उहनूं मुड़ अपना रूप दे देंदी है। अजे भी परतावो, छड्डो हंकार ते वाहिगुरू दे नाम विच जुड़ जाओ। रही गल मेरी भी तू नीवा है। हुण सुनो, तुहाडा ताड़ी दे रुख बारे की विचार है? संगत जी तुहाडे चों किसे वेख्या होवे ते उन्हां नूं पता है, खजूर नुमा दरख्त हुंदा है, उपर जाके इहनूं पछ ला के ना
ਜਿਨ੍ਹਾਂ ਇਲਾਕਿਆਂ 'ਚ ਤਾੜੀ ਦੇ ਰੁੱਖ ਨੇ ਉੱਥੋਂ ਦੇ ਘੁਮਿਆਰ ਸਪੈਸ਼ਲੀ ਘੜੇ ਹੀ ਉਸ ਤਰ੍ਹਾਂ ਦੇ ਬਣਾਉਂਦੇ ਨੇ, ਉੱਤੋਂ ਉਹਦੀ ਸ਼ੇਪ ਥੋੜ੍ਹੀ ਜਿਹੀ ਇਸ ਤਰ੍ਹਾਂ ਬਾਹਰ ਨੂੰ ਜਿਵੇਂ ਜੱਗ ਦੀ ਬਣੀ ਹੁੰਦੀ ਹੈ ਨਾ, ਇੱਦਾਂ ਦੀ ਉਹਨੂੰ ਪੱਛ ਲਾ ਕੇ ਉਹਦੇ ਵਿੱਚ ਫਿੱਟ ਕਰ ਦਿੰਦੇ ਨੇ ਅਤੇ ਟੱਕ ਲਾ ਕੇ ਦੂਜੇ ਪਾਸੇ ਦਰਖਤ ਨੂੰ ਅਤੇ ਘੜੇ ਨੂੰ ਘੁੱਟ ਕੇ ਉਹਦੇ ਨਾਲ ਫਿਰ ਬੰਨ੍ਹ ਦਿੰਦੇ ਨੇ। ਉਹਦਾ ਲੋਕ ਗੁੜ ਵੀ ਬਣਾਉਂਦੇ ਨੇ, ਬੜਾ ਮਿੱਠਾ ਬਣਦਾ ਹੈ। ਅਤੇ ਉਹ ਜੇ ਜਿਉਂਦਾ ਤਿਉਂ ਉਤਾਰ ਲਈਏ ਅਤੇ ਫਿਰ ਉਹ ਨੀਮ ਸ਼ਰਾਬ ਦਾ ਕੰਮ ਕਰਦਾ ਹੈ। ਨੀਮ ਸ਼ਰਾਬ ਦਾ ਬਹੁਤ ਜ਼ਿਆਦਾ ਨਸ਼ਾ ਨਹੀਂ ਹੁੰਦਾ, ਪਰ ਜੇ ਜ਼ਿਆਦਾ ਪੀਵੀਏ ਤਾਂ ਫਿਰ ਨਸ਼ਾ ਹੁੰਦਾ ਹੈ। ਲੱਸੀ ਜਿਹੇ ਵਰਗਾ ਇਹਦਾ ਰੰਗ ਹੁੰਦਾ, ਕਿਉਂਕਿ ਮੈਨੂੰ ਬਿਹਾਰ 'ਚ ਰਹਿਣ ਦਾ ਮੌਕਾ ਮਿਲਿਆ ਅਤੇ ਮੈਂ ਇਹਨੂੰ ਵੇਖਿਆ, ਬਦਬੂ ਬੜੀ ਆਉਂਦੀ ਹੈ, ਸਮੈਲ ਚੰਗੀ ਨਹੀਂ ਹੁੰਦੀ। ਸਾਊ ਲੋਕ ਆਪਣੇ ਬੱਚਿਆਂ ਨੂੰ ਤਾੜੀ ਦੇ ਰੁੱਖ ਕੋਲ ਨਹੀਂ ਜਾਣ ਦਿੰਦੇ, ਕਿਉਂਕਿ ਇਹ ਛੋਟਾ ਜਿਹਾ ਸ਼ਰਾਬ ਦਾ ਕਾਰਖਾਨਾ ਹੈ, ਸਾਡੇ ਬੱਚੇ ਵਿਗੜ ਜਾਣਗੇ। ਪਰ ਬਾਬਾ ਰਵਿਦਾਸ ਜੀ ਕਹਿੰਦੇ ਨੇ, ਤਰ ਤਾਰ ਅਪਵਿੱਤਰ ਕਰ ਮਾਨੀਐ ਰੇ। ਤਰ ਮੈਨੇ ਦਰਖਤ, ਤਾਰ ਦੇ ਰਾਰੇ ਨੂੰ ਹੁਸ਼ਿਆਰੀ ਏ, ਸਾਈਲੈਂਟ ਹੋ ਗਈ ਏ। ਜਿੱਥੋਂ ਆਇਆ ਉੱਥੇ ਤੀਵਰ ਮਾਤਰਾ 'ਚ ਕਹਿੰਦੇ ਨੇ ਤਾਰੀ, ਤਾਰੀ ਮੈਨੇ ਤਾੜੀ। ਤਰ ਤਾਰ ਤਾੜੀ ਦਾ ਰੁੱਖ ਅਪਵਿੱਤਰ ਕਰ ਮਾਨੀਐ ਰੇ, ਉਹਨੂੰ ਪਵਿੱਤਰ ਨਹੀਂ ਮੰਨਿਆ ਜਾਂਦਾ, ਅਸ਼ੁੱਧ ਮੰਨਿਆ ਜਾਂਦਾ, ਕਿਉਂਕਿ ਸ਼ਰਾਬ ਦਾ ਕਾਰਖਾਨਾ ਹੈ। ਪਰ ਜੈਸੇ ਕਾਗਰਾ ਕਰਤ ਵਿਚਾਰਨ, ਤਾੜੀ ਦੇ ਰੁੱਖ ਦਾ ਹੀ ਉਹਨਾਂ ਜ਼ਮਾਨਿਆਂ 'ਚ ਕਾਗਜ਼ ਬਣਦਾ ਸੀ, ਕਾਰਖਾਨੇ ਨਹੀਂ ਸਨ। ਈਜ਼ੀਲੀ ਜਿਹੜਾ ਕਾਗਜ਼ ਬਣਦਾ ਸੀ ਉਹ ਕੁਝ ਕੁ ਬਨਸਪਤੀਆਂ ਸਨ, ਉਹਨਾਂ 'ਚੋਂ ਤਾੜੀ ਦਾ ਰੁੱਖ ਵੀ ਇੱਕ ਸੀ। ਉਹਦਾ ਛਿਲਕਾ ਉਤਾਰ ਕੇ ਉਹਨੂੰ ਉਖਲੀ 'ਚ ਕੁੱਟ ਕੇ ਬੜਾ ਆਸਾਨੀ ਨਾਲ ਕਾਗਜ਼ ਬਣ ਜਾਂਦਾ ਸੀ। ਕਹਿਣ ਲੱਗੇ ਜੇ ਤਾੜੀ ਦਾ ਛਿਲਕਾ ਉਤਾਰ ਕੇ ਕਾਗਜ਼ ਬਣਾ ਕੇ ਉਹਦੇ 'ਤੇ ਗੀਤਾ ਲਿਖ ਦਈਏ, ਰਾਮਾਇਣ ਲਿਖ ਦਈਏ, ਫਿਰ ਕੀ ਵਿਚਾਰੇ। ਕਹਿਣ ਲੱਗੇ ਉਹ ਤਾਂ ਫਿਰ ਪੂਜਨੀय ਹੋ ਗਈ ਨਾ। ਕਹਿਣ ਲੱਗੇ ਇਹੋ ਕੁਛ ਮੇਰੇ ਨਾਲ ਵਾਪਰਿਆ। ਜਿਵੇਂ ਤਾੜੀ ਜਨਮਜਾਤ ਅਪਵਿੱਤਰ ਹੈ, ਮੈਂ ਜਨਮਜਾਤ ਅਖੌਤੀ ਕਹਿਣ ਮਾਤਰ, ਅਖੌਤੀ ਨੀਵੀਂ ਜਾਤ ਜਨਮ ਲਿਆ, ਪਰ ਨਾਮ ਜਪ ਜਪ ਕੇ ਜਿਵੇਂ ਤਾੜੀ ਦੇ ਰੁੱਖ ਦੇ ਛਿਲਕਾ ਉਤਾਰ ਕੇ ਕਾਗਜ਼ ਬਣਾ ਕੇ ਰਮਾਇਣ ਲਿਖ ਦਈਏ ਤੇ ਭਜਨੀਕ ਹੋ ਜਾਂਦੀ ਹੈ ਨਾ, ਮੈਂ ਵੀ ਨਾਮ ਜਪ ਜਪ ਕੇ ਹੁਣ ਅਪਵਿੱਤਰ ਤੋਂ ਪਵਿੱਤਰ ਹੋ ਗਿਆ। ਤਰ ਤਾਰ ਤਾੜੀ ਦਾ ਰੁੱਖ ਅਪਵਿੱਤਰ ਕਰ ਮਾਨੀਐ ਰੇ। ਜੈਸੇ ਕਾਗਰਾ ਕਰਤ ਵਿਚਾਰੰ, ਪਰ ਉਹਦੇ ਕਾਗ ਬਾਰੇ ਕੀ ਵਿਚਾਰ ਹੈ, ਉਹਦੇ ਕਾਗਜ਼ ਬਾਰੇ ਤੁਹਾਡਾ ਕੀ ਵਿਚਾਰ ਹੈ। ਭਗਤ ਭਗਉਤ, ਭਗਤ ਭਗਤੀ, ਭਗਉਤ ਪਰਮਾਤਮਾ, ਪਰਮਾਤਮਾ ਦੀ ਭਗਤੀ ਦੀਆਂ ਗੱਲਾਂ ਉਹਦੇ 'ਤੇ ਲਿਖੀਏ ਤੇ ਪੂਜੀਏ ਕਰ ਨਮਸਕਾਰ। ਆ ਸਾਰੇ ਨਮਸਕਾਰਾਂ ਕਰਦੇ ਪਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ। ਲੋਕੀ ਕੁਰਾਨ ਦਾ ਵੀ ਸਤਿਕਾਰ ਕਰਦੇ ਨੇ, ਬਾਈਬਲ ਦਾ ਵੀ ਕਰਦੇ ਨੇ, ਤੁਰੇਤ ਦਾ ਵੀ ਕਰਦੇ ਨੇ, ਵੇਦਾਂ ਦਾ ਵੀ ਕਰਦੇ ਨੇ, ਗੀਤਾ ਦਾ ਵੀ ਕਰਦੇ ਨੇ। ਹੈਗੇ ਤੇ ਕਾਗਜ਼ ਹੀ ਨੇ, ਪਰ ਉਹ ਸਧਾਰਨ ਕਾਗਜ਼ ਨਹੀਂ। ਜੈਸੇ ਕਾਗਰਾ ਕਰਤ ਵਿਚਾਰੰਗ, ਭਗਤ ਭਗਉਤ ਲਿਖੀਐ ਤੇ ਉਪਰੈ ਪੂਜੀਐ ਕਰ ਨਮਸਕਾਰ। ਹੁਣ ਅੱਗੇ ਕਹਿੰਦੇ ਨੇ ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ। ਜਿਹੜੀ ਗੱਲ ਤੁਸੀਂ ਮੈਨੂੰ ਵਾਰ-ਵਾਰ ਕਹਿ ਕੇ ਜ਼ਲੀਲ ਕਰਦੇ ਹੋ, ਆਓ ਸੁਣੋ। ਮੇਰੀ ਜਾਤ, ਮੇਰਾ ਭਾਈਚਾਰਾ, ਮੇਰਾ ਸ਼ਰੀਕਾ ਅੱਜ ਵੀ ਬਨਾਰਸ ਦੇ ਆਲੇ ਦੁਆਲੇ ਚਮੜਾ ਵੱਢਣ ਟੁੱਕਣ ਦਾ ਕੰਮ ਕਰਦਾ ਹੈ। ਮੇਰੀ ਜਾਤ ਕੁੱਟ ਬਾਂਡਲਾ, ਕੁੱਟ ਕੁੱਟਣਾ ਵੱਢਣਾ, ਉਹਨੂੰ ਬਣਾਉਣ ਲਈ ਕਈ ਕੁਝ ਕਰਨਾ ਪੈਂਦਾ ਨਾ, ਐਵੇਂ ਥੋੜ੍ਹਾ ਬਣ ਜਾਂਦਾ। ਕਰਨਾ ਤੇ ਸਤਿਕਾਰ ਚਾਹੀਦਾ ਸੀ ਭਰਾਵਾ। ਮਰੇ ਹੋਏ ਪਸ਼ੂ ਦਾ ਤੂੰ ਚਮੜਾ ਉਤਾਰ ਕੇ ਤੇ ਪਰਵਾਹ ਨਹੀਂ ਕਰਦਾ, ਸੁੰਦਰ ਜੋੜੇ ਬਣਾ ਕੇ ਸਾਡੇ ਪੈਰਾਂ ਵਿੱਚ ਪਾਣਾ, ਸਾਨੂੰ ਰੋੜਿਆਂ ਕੰਡਿਆਂ ਤੋਂ ਵੀ ਬਚਾਉਂਦੇ ਨੇ, ਸ਼ਾਨ ਵੀ ਵੱਧਦੀ ਹੈ। ਤੇਰਾ ਹਾਰਦਿਕ ਧੰਨਵਾਦ ਹੈ। ਉਹਦੇ ਗੁਣ ਨੂੰ ਵੀ ਉਲਟਾ ਔਗਣ ਬਣਾ ਦਿੱਤਾ। ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ ਨਿਤ ਹੈ ਬਨਾਰਸੀ ਆਸ ਪਾਸਾ। ਸਾਡਾ ਭਾਈਚਾਰਾ ਤੇ ਹੁਣ ਵੀ ਬਨਾਰਸ ਦੇ ਆਲੇ ਦੁਆਲੇ ਮਰੇ ਹੋਏ ਪਸ਼ੂ ਢੋਣ ਦੀ ਕਿਰਤ ਕਰਦਾ ਹੈ। ਪਰ ਇਹ ਵੀ ਤੇ ਸੱਚਾਈ ਹੈ। ਕਹਿਣ ਲੱਗੇ ਕਿਹੜੀ। ਅਬ ਵਿਪਰ ਪ੍ਰਧਾਨ, ਸਾਰੇ ਸਮਾਜ ਦੇ ਪ੍ਰਧਾਨ ਬਾਹਮਣ ਕਰੇ ਡੰਡੌਤ, ਡੰਡੇ ਵਾਂਗੂ ਲੰਮੇ ਪੈ ਕੇ ਮੈਨੂੰ ਮੱਥੇ ਟੇਕਦੇ ਨੇ। ਇਹ ਕਿਉਂ ਟੇਕਦੇ ਹੋ? ਤੁਹਾਨੂੰ ਦੱਸਾਂ। ਕਹਿਣ ਲੱਗੇ ਜੀ ਦੱਸੋ। ਆਖਣ ਲੱਗੇ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਇਹ ਕੋਈ ਰਵਿਦਾਸ ਨੂੰ ਮੱਥੇ ਨਹੀਂ ਟੇਕਦਾ, ਵਾਹਿਗੁਰੂ ਇਹ ਤੇਰੇ ਨਾਮ ਨੂੰ ਸਲਾਮਾਂ ਨੇ। ਇਹ ਤੇਰਾ ਨਾਮ ਜਪ ਜਪ ਕੇ ਮੈਂ ਅਪਵਿੱਤਰ ਤੋਂ ਪਵਿੱਤਰ, ਨੀਚ ਤੋਂ ਊਚ, ਗਰੀਬ ਤੋਂ ਅਮੀਰ ਹੋ ਗਿਆ ਵਾਂ। ਇਹ ਵਿਸ਼ੇਸ਼ਤਾ ਕਾਹਦੀ ਹੈ? ਤੇਰਾ ਨਾਮ ਸ਼ਰਨਾਏ ਰਵਿਦਾਸ ਦਾਸਾ। ਇਹ ਤੇਰੇ ਨਾਮ ਦੀ ਮਹਿਮਾ ਹੈ।
और नाम की इतनी को महिमा नहीं गुरबाणी विच, कई सैकड़े हज़ारां शब्द ने जिहड़े नाम की महिमा नाम की विशेषता नूं प्रगट करते हैं। इस वास्ते संगत जी सारे श्री गुरु ग्रंथ साहब विच नाम जपण की प्रेरणा है, सिमरन की प्रेरणा है, बाणी पढ़न की प्रेरणा है। वो भावें असी थोड़े तो शुरू कर लीए, 5 मिनट तो शुरू कर लीए, 10 मिनट तो शुरू कर लीए, और जिन्हों ने कर लिया उन्होंने पुछ के वेख लो, जिदन का शुरू किया है उदन की सृष्टि साडे वास्ते बदल गई है, उदन का सब कुछ बदल गया है। कारज अपने आप ही रास आने शुरू हो जाते हैं, ਜਾਂ नाम ही रास आउण अंदर संतोख आ जाता है। कोई गल नहीं, ये भी उहदी रजा विच ही है, अंदर लुत्फ आना शुरू हो जाता है। बाबा जी बख्शिश कर रहे ने, कह रहे ने लोगों की गरीबी के उत्ते लोग हसदे ने, दारद देख सब को हसै, ऐसी दशा हमारी अष्ट दशा सिद्ध कर तलै। मेरी भी यही दशा सी, मेरी इन्नी गरीबी सी भी लोग मेरी गरीबी के उत्ते मजाक करते थे। जो भाई गुरदास जी ने लिखिया ना भाई जी बाबा जी बारे, रविदास जी बारे, तो वो पाटे हो कपड़िया का भी जिक्र करते हैं, पर कहते ने लगता इस तरह चौंक में जुत्तियां जो गंढते हैं जिमें पाटे पुराने कपड़िया ना हीरा लपेटिया होवे, तो हीरा तो पाटे कपड़िया चो ही चमकदा है ना। वो ये थोड़ा कहता भी मैं पाटे कपड़े ते मेरी कीमत घट गई है, कीमत वो फिर भी ही रही है। मेरी भी यही दशा सी, पर हुण नाम सिमरन की बरकत नाल अष्ट दशा सिद्ध कर तले। सब कृपा तुम्हारी है निरंकार, ये सब तेरी कृपा है। नाल फिर दोहरा के कहते ने, तू जानत मैं किछ नहीं भव खंडन राम। भव खंडन हे जीवां दे जन्म मरण दे गेड़ नूं कट्टण वाले परमात्मा, सब दियां कामनावां पूरियां करन वाले परमात्मा, तुहानूं पता है मैं कुछ नहीं गा, मैं कुछ नहीं कर सकता। सगल जी शरनागता प्रभ पूरन काम। मैं तुहाडी शरण विच आया, सारे जी जन तुहाडी शरण विच आउंदे ने, मैं भी आया वां, और तू जानदा है कि मेरी अपनी कोई पाया नहीं, और जिहड़े तेरी शरण विच आ जांदे ने उन्हां दे कारज तू रास कर दिंदा है। जिन जिन नाम ते आया तिन के काज सरे। सगल जी शरनागति प्रभ पूरन काम रहाओ, जो तेरी शरनागता तिन नाही भार। ऊच नीच तुम ते तरे आलच संसार। उच्ची जात वाले होण चाहे नीवीं जात वाले होण, ਜਿਹੜੇ ਜਿਹੜੇ ਤੁਹਾਡੀ ਸ਼ਰਨ ਵਿੱਚ ਆ ਜਾਂਦੇ ਨੇ, ਤੁਸੀਂ ਜਾਤ ਨਹੀਂ ਦੇਖਦੇ, ਤੁਸੀਂ ਉਹਨਾਂ ਦੇ ਉੱਤੋਂ ਵਕਾਰਾਂ ਦਾ ਭਾਰ ਲਾ ਦਿੰਦੇ ਹੋ। ਭਾਵੇਂ ਕਿਸੇ ਵੀ ਜਾਤ ਦਾ ਵਿਅਕਤੀ ਹੈ, ਜਦੋਂ ਪ੍ਰਭੂ ਦੀ ਸ਼ਰਨ 'ਚ ਆ ਕੇ ਸਿਮਰਨ ਕਰਦਾ ਹੈ ਤੇ ਵਕਾਰ ਉਹਦਾ ਖਹਿੜਾ ਛੱਡ ਜਾਂਦੇ ਨੇ। ਹਜ਼ੂਰ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਦਾ ਉਹ ਸੰਵਾਦ ਤੁਸੀਂ ਬੜੀ ਵਾਰਾਂ ਵਿਚਾਰਵਾਨਾਂ ਤੋਂ ਸੁਣਿਆ ਹੋਵੇਗਾ। ਏਤੇ ਕੂਕਰ ਹਉ ਬੇਗਾਨਾ ਭੌਂਕਾਂ ਇਸ ਤਨ ਤਾਈ। ਵਕਾਰਾਂ ਰੂਪੀ ਕੁੱਤੇ ਬਹੁਤ ਜ਼ਿਆਦੇ ਨੇ ਤੇ ਮੇਰੀ ਜਿੰਦ ਕੱਲੀ ਹੈ, ਔਰ ਇਹ ਜਿਹੜੇ ਵਕਾਰਾਂ ਰੂਪੀ ਕੁੱਤੇ ਨੇ ਕੱਲੀ ਜਿੰਦ ਨੂੰ ਭੌਂਕਦੇ ਨੇ, ਖਾਣ ਆਉਂਦੇ ਨੇ, ਪਾੜਨ ਆਉਂਦੇ ਨੇ। ਤੇ ਸੰਗਤ ਜੀ ਓਪਰੇ ਥਾਂ ਤੇ ਜਾਈਏ, ਕੁੱਤੇ ਭੌਂਕਣ ਪਾੜਨ ਆਉਣ ਤੇ ਫਿਰ ਮਨੁੱਖ ਕੀ ਕਰਦਾ? ਆਲੇ ਦੁਆਲੇ ਕੋਈ ਵੱਟਾ ਰੋੜਾ ਲੱਭਦਾ, ਤੇ ਜੇ ਨਾ ਹੋਵੇ ਤੇ ਵੈਸੇ ਹੀ ਜ਼ਮੀਨ ਦੇ ਉੱਤੇ ਹੱਥ ਮਾਰ ਕੇ ਕੁੱਤੇ ਨੂੰ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰਦਾ ਵੀ ਡਰ ਜਾਏ। ਹੋਰ ਵੀ ਕੁਛ ਨਾ ਹੋਵੇ ਤੇ ਫਿਰ ਥੋੜਾ ਸ਼ੋਰ ਮਚਾਉਂਦਾ, ਉਹ ਥੋੜਾ ਪਿੱਛੇ ਹਟ ਜਾਂਦਾ।
ਤੇ ਜੇ ਸ਼ੋਰ ਮਚਾਉਣਾ ਬੰਦ ਕਰਦਾ ਉਨੀ ਦੇਰ ਨੂੰ ਕੁੱਤੇ ਫਿਰ ਉੱਤੇ ਚੜ ਜਾਂਦੇ ਨੇ। ਮਹਾਰਾਜ ਕਹਿੰਦੇ ਕੁੱਤਿਆਂ ਨੂੰ ਭਜਾਉਣ ਵਾਸਤੇ ਮੈਂ ਵਾਹਿਗੁਰੂ ਵਾਹਿਗੁਰੂ ਕਰਨਾ, ਜਦੋਂ ਤੱਕ ਵਾਹਿਗੁਰੂ ਵਾਹਿਗੁਰੂ ਕਰਦਾ ਰਹਿਣਾ ਇਹ ਦੂਰ ਹਟ ਕੇ ਖੜੇ ਰਹਿੰਦੇ ਨੇ, ਜਦੋਂ ਮੈਂ ਚੁੱਪ ਕਰ ਜਾਣਾ ਇਹ ਫਿਰ ਉੱਤੇ ਚੜ ਜਾਂਦੇ ਨੇ। ਇਤੇ ਕੂਕਰ ਹਉ ਬੇਗਾਨਾ ਭੌਂਕਾਂ ਇਸ ਤਨ ਤਾਈ, ਭਗਤਹੀਨ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਮਹਾਰਾਜ ਮੇਰੇ ਵਿੱਚ ਕੁਛ ਨਹੀਂ, ਪਰ ਤੈਨੂੰ ਤੇ ਬਿਰਧ ਬਾਣੇ ਦੀ ਲਾਜ ਹੈ ਨਾ, ਤੂੰ ਤੇ ਮੈਨੂੰ ਬਚਾਏਗਾ। ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰ, ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਆਲਜ ਸੰਸਾਰ ਦੇ ਜਿਹੜੇ ਜੰਜਾਲ ਨੇ, ਗ੍ਰਿਸ਼ਤ ਰੂਪੀ ਜਿਹੜੇ ਜੰਜਾਲ ਨੇ ਸੰਗਤ ਜੀ, ਇਹ ਇੱਕ ਇਸ ਤਰ੍ਹਾਂ ਦਾ ਸਿਲਸਿਲਾ ਹੈ, ਧਰਮ ਵੀ ਹੈ, ਪਰ ਉਂਝ ਨਾ ਇੱਥੇ ਬੋਝ ਪਿਆ ਰਹਿੰਦਾ ਲਗਾਤਾਰ। ਗ੍ਰਿਸ਼ਤੀ ਦੇ ਇੱਥੇ ਬੋਝ ਪਿਆ ਰਹਿੰਦਾ ਹਰ ਵਕਤ, ਕੁਛ ਨਾ ਕੁਛ ਮੁੱਕਾ ਹੀ ਰਹਿੰਦਾ। ਕੋਈ ਨਾ ਕੋਈ ਪੇਮੈਂਟ ਅਜੇ ਪੈਂਡਿੰਗ ਹੁੰਦੀ ਹੈ, ਭਾਵੇਂ ਉਹ ਦੁੱਧ ਦੀ ਹੋਵੇ, ਭਾਵੇਂ ਉਹ ਬਿਜਲੀ ਦੀ ਹੋਵੇ, ਭਾਵੇਂ ਉਹ ਸਬਜ਼ੀ ਵਾਲੇ ਦੇ ਹੋਣ, ਭਾਵੇਂ ਗਰੋਸਰੀ ਵਾਲੇ ਦੇ ਹੋਣ, ਭਾਵੇਂ ਬੱਚਿਆਂ ਦੀਆਂ ਫੀਸਾਂ, ਭਾਵੇਂ ਉਹ ਮੋਟਰ ਕਾਰ ਦੀ ਮੇਨਟੇਨ ਹੈ। 50 ਕਿਸਮ ਦੇ ਖਰਚੇ ਨੇ, ਇੱਕ ਕਿਸਮ ਦਾ ਥੋੜ੍ਹਾ, ਉਹ ਵਜਨ ਪਿਆ ਰਹਿੰਦਾ। ਔਰ ਇਹ ਵਜਨ ਹੀ ਸਾਡੀ ਸਹਾਇਤਾ ਕਰਦਾ ਹੈ। ਕਿਸ ਤਰ੍ਹਾਂ ਸੰਗਤ ਜੀ, ਤੁਸੀਂ ਜਿਹੜੇ ਵਾਚ ਨੇ ਅੱਜ ਕੱਲ੍ਹ ਬਦਲ ਗਏ ਨੇ, ਪਹਿਲਾਂ ਜਿਹੜੇ ਪੁਰਾਣੇ ਸਾਨੂੰ ਦੇਖੇ ਹੋਣਗੇ ਉਹ ਆਮ ਤੌਰ 'ਤੇ ਇੱਦਾਂ ਦੇ ਲਾਏ ਜਾਂਦੇ ਸਨ, ਉਹਨਾਂ ਦੇ ਥੱਲੇ ਉਹ ਇੱਕ ਪੈਂਡੂਲਮ ਲਟਕਾਇਆ ਹੁੰਦਾ ਸੀ, ਇੰਗਲਿਸ਼ 'ਚ ਉਹਨੂੰ ਪੈਂਡੂਲਮ ਕਹਿੰਦੇ ਨੇ। ਤੇ ਜੇ ਸਾਫ਼ ਕਰਨ ਲੱਗਿਆ ਉਸ ਕਲੌਕ ਨੂੰ ਤੁਸੀਂ ਉਤਾਰ ਕੇ ਉਹਦਾ ਪਿਛਲਾ ਪੇਚ ਦੋ ਕੁ ਖੋਲ ਕੇ ਪਿੱਛੋਂ ਹਟਾ ਕੇ ਵੇਖੋ ਨਾ, ਤੇ ਛੋਟੀ ਜਿਹੀ ਮਸ਼ੀਨ ਹੁੰਦੀ ਹੈ ਵਿੱਚ, ਛੋਟੀ ਜਿਹੀ, ਤੇ ਪੈਂਡੂਲਮ ਬੜਾ ਭਾਰੀ ਭਰਕਮ ਹੁੰਦਾ। ਹੁਣ ਮੇਰੇ ਵਰਗਾ ਨਾੜੀ ਕਵੇ ਵੀ ਆਹ ਤੇ ਬੜੀ ਗਲਤੀ ਕੀਤੀ ਹੈ ਕਿਸੇ ਨੇ, ਇੰਨੀ ਸੋਹਲ ਜਿਹੇ ਪੁਰਜੇ, ਸੋਹਲ ਜਿਹੇ ਬੜੇ ਸੌਫਟ ਜਿਹੇ ਪੁਰਜੇ, ਤੇ ਪੈਂਡੂਲਮ ਐਡਾ ਸਖਤ ਲਟਕਾਇਆ ਹੋਇਆ, ਭਾਰੀ ਭਰਕਮ ਹੈ। ਤਾਂ ਇਹਨੂੰ ਉਤਾਰ ਕੇ ਰੱਖ ਦਿੰਦੇ ਆ, ਹੈਂਗਰ ਟਾਈਪ ਹੁੰਦਾ, ਉਹਨੂੰ ਸਹੀਜੇ ਜੇ ਤੁਸੀਂ ਉਤਾਰ ਕੇ ਸਾਈਡ 'ਤੇ ਰੱਖ ਸਕਦੇ। ਹੁਣ ਤੁਸੀਂ ਉਹਨੂੰ ਉਤਾਰ ਕੇ ਦੁਬਾਰਾ ਫਿਰ ਉਹਨੂੰ ਤੁਸੀਂ ਫਿੱਟ ਕਰਕੇ ਟੰਗ ਦਿਓ, ਹੁਣ ਉਹ ਸਹੀ ਵਕਤ ਨਹੀਂ ਦੇਵੇਗਾ। ਕਿਉਂ ਜੀ? ਕਿਉਂਕਿ ਅਸਲ ਵਿੱਚ ਟਾਈਮ ਨੂੰ ਬੈਲੈਂਸ ਕਰਨ ਵਾਸਤੇ ਪੈਂਡੂਲਮ ਟੰਗਿਆ ਗਿਆ। ਉਹ ਸੱਜੇ ਖੱਬੇ ਹਰਕਤ ਕਰਕੇ ਦੱਸਦਾ ਰਹਿੰਦਾ ਬਈ ਐ ਤੇ ਐ 1 ਸੈਕਿੰਡ ਹੋ ਗਿਆ, ਹੁਣ ਫਿਰ ਖੱਬੇ ਸੱਜੇ ਦੂਜਾ ਸੈਕਿੰਡ ਹੋ ਗਿਆ। तो पेंडुलम बैलेंस करने वास्ते है। पेंडुलम वजन है, वजनदार है, सज्जे खब्बे हिलदा है, पर वो बैलेंस करने वास्ते है। ये जिहड़ा भार है ना साडे ते ग्रिस्त दा, ये भी साडे दिमागी तवाजन नूं बैलेंस करने वास्ते है। जदों ये रिलैक्स हो जाए ना, फिर वड्डे वड्डे ऋषि मुनि जिहड़े ने ना, उन्हां नूं भी डोलदे होए वेख्या गया। इहदे ते इन्ना वजन पा के रखो बई ये पेंडूलम वांगू अपनी चाल चलता रहे तो अपना काम करता रहे, इधर उधर भटके ही ना। वाहिगुरू। ऊच नीच तुम ते तरे आलच संसार, अखीर च कहंदे ने कहे रविदास अकथ कथा बहु काए करी। जब मैं थोड़े जे गुण दसे ने भी, एक तो तुसी गरीबी कट देंदे हो, मान दे देंदे हो, नीवियां नूं उच्चे कर देंदे हो, गरीबां नूं अमीर कर देंदे हो, तुसी जंजाल कट देंदे हो। ये जिहड़े मैं 5-7 गुण तुहाडे रब जी दसे ने ना, इत्थे बस नहीं बड़े ने, पर मैं की करा जेवा एक कवन गुण कही। मैं गल मकाना वा भी जैसा तू तैसा तू ही, क्या उपमा दीजे। मैं तेरी तुलना किहदे नाल करा, तेरे वर्गा कोई होवे ते तुलना करा। मैं तो इन्ना ही कहना बई पूरे ब्रह्मांड विच तेरे वर्गा होर कोई नहीं गा, तेरे वर्गा सिर्फ तू ही है, और तू बड़ा बेअंत है। जे कोई तेरे चरनां नाल जुड़ जाए तो भावें वो अखौती नीवा है, फिर भी तेरा सिमरन नीवियां नूं उच्चे कर देंदा। तो सतगुरु कृपा करन असीं इसे तरह गुरु चरनां विच जुड़ के गुरबाणी विचार कीर्तन सिमरन सतसंगत दीआं हाज़रियां भर के अपने जीवन सफले करते रहिए।
इसे प्रकार गुरु की बख्शिश के पात्र बनते रहिए साध संगत जी।